ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਹਰ ਜਗ੍ਹਾ ਲੁੱਟਾਂ ਖੋਹਾਂ ਤੇ ਕਤਲ ਹੋ ਰਹੇ ਨੇ ਤੇ ਇੱਥੋਂ ਤੱਕ ਕਿ ਪੁਲਿਸ ਥਾਣੇ ਵੀ ਸੁਰੱਖਿਅਤ ਨਹੀਂ ਰਹੇ। ਇਸ ਸਭ ਦਾ ਕਾਰਨ ਉਹਨਾਂ ਨੇ ਸਰਕਾਰ ਦੀ ਫੇਲੀਅਰ ਨੂੰ ਦੱਸਿਆ। ਮੁੱਖ ਮੰਤਰੀ ਦੀ ਸੋਨੀਆ ਗਾਂਧੀ ਨਾਲ ਮੀਟਿੰਗ ਤੇ ਉਹਨਾਂ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਸਿਰਫ ਆਪਣੀ ਕੁਰਸੀ ਬਚਾਉਣ ਤੇ ਲੱਗੇ ਹੋਏ ਨੇ ਤੇ ਉਹਨਾਂ ਦਾ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਲਈ ਬਾਹਰੀ ਤਾਕਤਾਂ ਵੱਲੋਂ ਲਗਾਈ ਤਾਕਤ ਖਿਲਾਫ ਦਿੱਤੇ ਬਿਆਨ ਦਾ ਪੱਖ ਪੂਰਦੇ ਹੋਏ ਉਹਨਾਂ ਕਿਹਾ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਬਿਲਕੁਲ ਸਹਿਮਤ ਨੇ। ਉਹਨਾਂ ਕਿਹਾ ਕਿ ਹਰਿਆਣਾ ਵਿਖੇ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਂਗਰਸ ਵੱਲੋਂ ਬਣਾਇਆ ਜਾਣਾ ਵੀ ਇਸੇ ਸਾਜ਼ਿਸ਼ ਦਾ ਹੀ ਇੱਕ ਪਹਿਲੂ ਸੀ। ਉਹਨਾਂ ਇਹ ਵੀ ਕਿਹਾ ਕਿ ਖੇਤੀ ਕਾਨੂੰਨ ਅਕਾਲੀ ਦਲ ਦੀ ਸਰਕਾਰ ਬਣਨ ਦੇ ਸਾਰੇ ਰੱਦ ਕੀਤੇ ਜਾਣਗੇ। ਇਸ ਤਰ੍ਹਾਂ ਉਹਨਾਂ ਨੇ ਵਾਰੋ-ਵਾਰੀ ਸਾਰੇ ਮੁੱਦਿਆਂ ਤੇ ਆਪਣੇ ਬਿਆਨ ਦਿੱਤੇ। ਕਿੱਦਾਂ ਦੇਖਦੇ ਹੋ ਲਾਅ ਐਂਡ ਆਰਡਰ ਨੂੰ? ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜੀ ਅਨਸੇਫਨੈਸ ਆ ਰਹੀ ਹੈ ਕਿ ਇਹ ਹੋ ਕੀ ਰਿਹਾ? ਬੜੀ ਤਰਸਯੋਗ ਹਾਲਤ ਹੈ। ਨਾ ਕੋਈ ਸ਼ਹਿਰਾਂ ਦੇ ਵਿੱਚ ਸੇਫ ਹੈ, ਨਾ ਪਿੰਡਾਂ ਦੇ ਵਿੱਚ ਕੋਈ ਸੇਫ ਹੈ, ਨਾ ਸੜਕ 'ਤੇ ਚੱਲਦਾ ਬੰਦਾ ਕੋਈ ਸੇਫ ਹੈ। ਕਤਲਾਂ, ਲੁੱਟਾਂ, ਡਾਕੇ ਸਾਰਾ ਦਿਨ ਇਹੀ ਖਬਰਾਂ ਜਿਹੜੀਆਂ ਟੈਲੀਵਿਜ਼ਨਾਂ ਦੇ ਉੱਤੇ ਛਾਈਆਂ ਰਹਿੰਦੀਆਂ, ਪਰ ਕਿਤੇ ਵੀ ਲੋਕਾਂ ਦੇ ਵਾਸਤੇ ਭਰੋਸਾ ਦੇਣ ਵਾਲਾ ਲੋਕਾਂ ਨੂੰ ਕੋਈ ਨਹੀਂ ਹੈ। ਹੋਮ ਮਿਨਿਸਟਰੀ ਟੋਟਲੀ ਕਲੈਪਸ ਕਰ ਗਈ, ਵੈਸੇ ਸਰਕਾਰ ਹੀ ਖਤਮ ਹੋ ਗਈ। ਪੁਲਿਸ ਦਾ ਕੰਟਰੋਲ ਨਹੀਂ ਰਿਹਾ। ਜਾਂ ਪੁਲਿਸ ਨਾਲ ਲੋਕੀ ਝਗੜ ਰਹੇ ਹੁੰਦੇ ਆ, ਹੱਥੋਂ ਪਾਈ ਹੋ ਰਹੇ ਹੁੰਦੇ ਆ, ਜਾਂ ਜਿਹੜੇ ਹੈਗੇ ਆ ਸੜਕਾਂ ਦੇ ਉੱਤੇ ਜਾਮ ਲੱਗੇ ਹੁੰਦੇ ਆ, ਔਰ ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਇਸ ਵੇਲੇ ਜਾਣ ਕਿੱਥੇ। ਈਵਨ ਥਾਣਿਆਂ ਦੇ ਅੰਦਰ ਵੀ ਲੋਕੀ ਸੇਫ ਨਹੀਂ ਹੈ। ਬੱਚਿਆਂ ਦੇ ਉੱਤੇ ਜਿਹੜੇ ਹੈਗੇ ਆ ਰੇਪ ਦੇ ਤੇ ਹੋਰ ਕਿੱਡੇ ਕਿੱਡੇ ਵੱਡੇ ਜਿਹੜੇ ਕਾਰੇ ਆ ਥਾਣੇ ਦੇ ਅੰਦਰ ਹੋ ਗਏ। ਇਸ ਕਰਕੇ ਬਹੁਤ ਮਾੜੀ ਹਾਲਤ ਹੈ। ਮੈਂ ਕਹਿੰਦਾ ਇੰਨੀ ਤਰਸਯੋਗ ਹਾਲਤ ਪੰਜਾਬ ਦੀ ਕਦੀ ਨਹੀਂ ਹੋਈ ਸੀ ਜਿੰਨੀ ਲਾਅ ਐਂਡ ਆਰਡਰ ਦੀ ਹੋਈ। ਸਰ ਇੰਟਰਨਲੀ ਜਿਸ ਤਰੀਕੇ ਦੇ ਨਾਲ ਮਿੱਡੂ ਖੇੜਾ ਦਾ ਕਤਲ ਹੋਇਆ ਜਾਂ ਬਹੁਤ ਸਾਰੀਆਂ ਹੋਰ ਵਾਰਦਾਤਾਂ ਹੋਈਆਂ, ਉਸ ਤੋਂ ਇਲਾਵਾ ਸਰ ਹੁਣ ਇੱਕ ਇਹ ਵੀ ਗੱਲ ਆਈ ਕਿ ਟਿਫਨ ਬੰਬ ਦੀ ਗੱਲ ਕੀ ਪਾਕਿਸਤਾਨ ਤੋਂ ਵੀ ਥ੍ਰੈਟ ਹੈ, ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਹੈ ਜਾਂ ਕੀ ਸਮਝਦੇ ਸਰ? ਕੋਈ ਤਾਂ ਹੁਣ ਜਿਹੜੀ ਹੈਗੀ ਆ ਹੋਮ ਮਿਨਿਸਟਰੀ ਦੱਸ ਸਕਦੀ ਹੈ ਦੇਸ਼ ਦੀ ਜਾਂ ਸੂਬੇ ਦੀ ਕਿ ਜਿਹੜੀ ਸਰਹੱਦਾਂ ਦੇ ਉੱਤੋਂ ਇਸ ਤਰ੍ਹਾਂ ਹਥਿਆਰਾਂ ਦਾ ਇੰਨੀ ਵੱਡੀ ਗਿਣਤੀ ਦੇ ਵਿੱਚ ਆਉਣਾ, ਇਹਨੂੰ ਠੱਲ ਕਿਉਂ ਨਹੀਂ ਪਾਈ ਜਾਂਦੀ? ਕਿਉਂਕਿ ਲਗਾਤਾਰ ਹੈਂਡ ਗ੍ਰੇਨੇਡ ਵੀ ਸੁਣਦੇ ਆ, ਡਰੱਗਸ ਵੀ ਸੁਣਦੇ ਆ, ਜਿਹੜੇ ਵੈਪਨ ਵੀ ਸੁਣਦੇ ਆ, ਅਤੇ ਬਹੁਤ ਖਤਰਨਾਕ ਰੁਝਾਨ ਹੈ। ਅਤੇ ਕਿਉਂ ਨਹੀਂ ਇਹਦੇ 'ਤੇ ਜਾਇੰਟ ਆਰਮੀ ਔਰ ਏਅਰਫੋਰਸ, BSF ਅਤੇ ਸਟੇਟ ਪੁਲਿਸ ਰਲ ਕੇ ਇਹਦੇ 'ਤੇ ਕਾਬੂ ਪਾ ਰਹੇ? ਬੜੇ ਵੱਡੇ ਜਿਹੜੇ ਆ ਸੁਰੱਖਿਆ ਦੇ ਕੁਐਸਚਨ ਹੈ, ਪਰ ਬਹੁਤ ਚਿੰਤਾਜਨਕ ਹੈ। ਅਸੀਂ ਤਾਂ ਜਿੱਥੋਂ ਤੱਕ ਦੇਸ਼ ਦੀ ਸੁਰੱਖਿਆ ਦਾ ਸੰਬੰਧ ਹੈ, ਅਸੀਂ ਤਾਂ 100% ਉੱਥੇ ਜਿਹੜੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਨੂੰ ਤਿਆਰ ਹਾਂ, ਪਰ ਆ ਜਿਹੜੀ ਅੰਦਰਲੀ ਹਾਲਤ ਹੈ ਇਹਦੇ ਵਾਸਤੇ ਵੀ ਕੋਈ ਜਵਾਬਦੇਹੀ ਨਹੀਂ। ਜਿਹੜੇ ਰੂਟੀਨ ਦਾ ਲਾਅ ਐਂਡ ਆਰਡਰ ਹੈ ਤਾਂ ਸੂਬੇ ਦੀ ਸਰਕਾਰ ਨੇ ਮੇਨਟੇਨ ਕਰਨਾ। ਇਸ ਕਰਕੇ ਉਹ ਇੱਕ ਵੱਡਾ ਰਿਸਕ ਹੈ ਨੈਸ਼ਨਲ ਸਿਕਿਉਰਿਟੀ ਦਾ, ਉਹ ਆਪਣੇ ਥਾਂ ਟੈਕਲ ਹੋਣਾ ਚਾਹੀਦਾ। ਅੱਜ ਜਿਹੜੀ ਡੇ ਟੂ ਡੇ ਪੁਲਿਸਿੰਗ ਹੈ ਇਹਦੇ ਬਹੁਤ ਮੰਦਾ ਹਾਲ ਹੋ ਗਿਆ। ਇਹਦੇ ਵਾਸਤੇ ਤਾਂ ਕੋਈ ਬਾਹਰਲਾ ਦੇਸ਼ ਨਹੀਂ ਜ਼ਿੰਮੇਵਾਰ, ਇਹ ਤਾਂ ਆਪਣੀ ਨਲਾਇਕੀ ਹੈ ਇਹਨਾਂ ਦੀ। ਜੇ ਸ਼ਹਿਰਾਂ ਦੇ ਵਿੱਚ ਸ਼ਰੇਆਮ ਕਤਲ ਹੋ ਰਿਹਾ, ਉੱਪਰ ਗੋਲੀਆਂ ਚੱਲ ਰਹੀਆਂ, ਕੋਈ ਕਿਸੇ ਨੂੰ ਡਰ ਨਹੀਂ ਹੈ, ਹਸਪਤਾਲਾਂ ਦੇ ਅੰਦਰ ਗੋਲੀਆਂ ਚੱਲ ਰਹੀਆਂ, ਇਹਦੇ ਵਾਸਤੇ ਸੂਬੇ ਦੀ ਸਰਕਾਰ ਜ਼ਿੰਮੇਵਾਰ। ਅੱਜ ਕੈਪਟਨ ਪ੍ਰਧਾਨ ਬਣੇ ਉਸ ਤੋਂ ਬਾਅਦ ਪਹਿਲੀ ਮੀਟਿੰਗ ਹੈ ਜੀ। ਦੇਖੋ ਹੁਣ ਉਹਨਾਂ ਦਾ ਕੋਈ ਵੀ ਏਜੰਡਾ ਪੰਜਾਬ ਦਾ ਏਜੰਡਾ ਨਹੀਂ ਹੈ, ਭਾਵੇਂ ਕਿਤੇ ਵੀ ਜਾਂਦੇ ਪਏ, ਉਹ ਆਪਣੀ ਕੁਰਸੀ ਦਾ ਏਜੰਡਾ। ਵੱਧ ਤੋਂ ਵੱਧ ਉਹਨੇ ਮਿਹਨਤ ਕਰਨਗੇ ਕਿ ਮੈਨੂੰ ਹੁਣ 3-4 ਮਹੀਨੇ ਹੋਰ ਜਿਹੜੇ ਨਾ ਕਰੋ। ਕਿਉਂਕਿ ਇਸ ਵੇਲੇ ਜੋ ਉਹਨਾਂ ਦੀ ਹਾਲਤ ਹੈ, ਕੋਈ ਚੀਫ ਮਿਨਿਸਟਰ ਵਾਲਾ ਸਟੇਟਸ ਥੋੜ੍ਹੀ ਰਹਿ ਗਿਆ। ਕੋਈ MLA ਸੁਣਨ ਨੂੰ ਤਿਆਰ ਨਹੀਂ, ਕੋਈ ਮਿਨਿਸਟਰ ਸੁਣਨ ਨੂੰ ਤਿਆਰ ਨਹੀਂ, ਕੈਬਨਿਟ ਦੀ ਮੀਟਿੰਗ ਨਹੀਂ ਹੋ ਪਾ ਰਹੀ। ਇਸ ਕਰਕੇ ਵੈਸੇ ਤਾਂ ਚੰਗਾ ਹੁੰਦਾ ਜਦੋਂ ਬੰਦਾ ਇਸ ਸਥਿਤੀ ਉਹ ਵੀ ਛੱਡ ਦੇਵੇ, ਪਰ ਛੱਡਣਾ ਉਹ ਚਾਹੁੰਦੇ ਨਹੀਂ ਅਤੇ ਸੋਨੀਆ ਨੂੰ ਕਹਿਣਗੇ ਵੀ ਹੋਰ 3 ਮਹੀਨੇ ਕੱਢਣ ਦੇ ਹੋਰ ਕੀ। ਸਰ ਇਹਨੇ ਨਰਾਤਿਆਂ ਦਾ ਸਮਾਂ ਸੀਗਾ, ਪ੍ਰਸ਼ਾਸਨ ਨੇ ਇੱਕਦਮ ਕੱਲ੍ਹ ਰੋਕ ਦਿੱਤੇ ਆ, ਉੱਥੇ ਝਗੜੇ ਵਾਲਾ ਮਾਹੌਲ ਵੀ ਹੋਇਆ, ਧਰਨਾ ਵੀ ਲੱਗਿਆ। ਕਿਵੇਂ ਦੇਖਦੇ ਹੋ ਪ੍ਰਬੰਧਾਂ ਨੂੰ? ਹੁਣ ਟੈਸਟਿੰਗ ਸ਼ੁਰੂ ਕੀਤੀ ਗਈ ਹੈ ਇਹ ਚੀਜ਼ਾਂ ਨੂੰ, ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਸਰਕਾਰ ਨੇ ਆਗਾਮੀ ਪ੍ਰਬੰਧ ਨਹੀਂ ਕੀਤੇ ਨਾ ਪੰਜਾਬ ਵੱਲ ਨਾਲ? ਦੇਖੋ ਮੈਂ ਵੀ ਕੱਲ੍ਹ ਵੀਡੀਓ ਦੇਖ ਕੇ ਹੈਰਾਨ ਸੀ ਕਿ ਜਦੋਂ ਪਤਾ ਹੁੰਦਾ ਕਿ ਸਾਲਾਨਾ ਇਤਿਹਾਸਕ ਈਵੈਂਟ ਨੇ, ਸੰਗਤ ਨੇ ਜਾਣਾ ਹੁੰਦਾ, ਅਤੇ ਪ੍ਰਸ਼ਾਸਨ ਸੁੱਤਾ ਹੋਇਆ ਲਾਸਟ ਮੂਮੈਂਟ 'ਤੇ ਕਿਉਂ ਜਾਗਦਾ? ਅਗਰ ਤੁਹਾਨੂੰ ਕੋਈ ਕੋਵਿਡ ਦੀ ਕੰਡੀਸ਼ਨ ਰੱਖਣੀ ਹੈ ਤਾਂ ਇਹ ਮਹੀਨੇ ਪਹਿਲਾਂ ਤੁਹਾਨੂੰ ਪ੍ਰਚਾਰਨਾ ਚਾਹੀਦਾ, ਤਾਂ ਜੋ ਜਿੰਨੇ ਆਉਣਾ ਉਹ ਪ੍ਰੋਪਰ ਵੈਕਸੀਨੇਸ਼ਨ ਕਰਵਾ ਲਵੇ, ਵੈਕਸੀਨੇਸ਼ਨ ਦਾ ਸਬੂਤ ਵੀ ਨਾਲ ਲੈ ਕੇ ਆਵੇ। ਇਸ ਕਰਕੇ ਮੌਕੇ 'ਤੇ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਜਾਂਦੇ ਆ ਅਤੇ ਫਿਰ ਤੁਸੀਂ ਇਹਨਾਂ ਨਾਲ ਕਰਦੇ ਹੋ ਤਾਂ ਇਹ ਦੁਰਵਿਵਹਾਰ ਲੱਗਦਾ। ਇਸ ਤਰ੍ਹਾਂ ਦੀਆਂ ਗੱਲਾਂ ਤੋਂ ਸਰਕਾਰਾਂ ਨੂੰ ਗੁਰੇਜ਼ ਕਰਨਾ ਚਾਹੀਦਾ, ਆਪਣੀਆਂ ਕਮਜ਼ੋਰੀਆਂ ਨੂੰ ਮੰਨਣਾ ਚਾਹੀਦਾ। ਕਿਉਂਕਿ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਜਾਂ ਹੋਰ ਕਿਸੇ ਥਾਂ ਨਹੀਂ ਪਤਾ ਹੋਣਾ ਕਿ ਉੱਥੇ ਮੇਲੇ ਦੇ ਵਿੱਚ ਇਹ ਕੰਡੀਸ਼ਨ ਹੈ। ਜਦੋਂ ਤੁਸੀਂ ਪ੍ਰਚਾਰੀ ਨਹੀਂ, ਕਸੂਰ ਤੁਹਾਡਾ। ਸੰਗਤ ਨੂੰ ਉੱਥੇ ਧੱਕੇ ਤੁਸੀਂ ਪੁਲਿਸ ਕੋਲ ਮਰਵਾਓ, ਇਹ ਵਾਜਬ ਨਹੀਂ ਹੈ।
ਇਹਦੇ ਨਾਲ ਬਹੁਤ ਗਲਤ ਇੰਪ੍ਰੈਸ਼ਨ ਜਾਂਦਾ। ਸੋ ਪ੍ਰਸ਼ਾਸਨ ਨੂੰ ਸਹੀ ਪ੍ਰਬੰਧ ਕਰਨੇ ਚਾਹੀਦੇ ਆ, ਸੰਗਤ ਦੇ ਨਾਲ ਸਹਿਯੋਗ ਕਰਨਾ ਚਾਹੀਦਾ, ਇਸ ਤਰ੍ਹਾਂ ਦੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਹੋ ਰਹੀ ਪਹਿਲਾਂ ਕਿਹਾ ਸੀ ਜਿਸ ਦਿਨ ਕੈਬਨਿਟ ਮੀਟਿੰਗ ਹੋ ਜਾਊਗੀ ਨੇਤਾਵਾਂ ਨੇ ਕਿਹਾ ਕਿ ਉਸ ਦਿਨ ਤੁਹਾਡਾ ਹੱਲ ਹੋ ਜਾਊਗਾ। ਹੁਣ ਉਹ ਕਹਿ ਰਹੇ ਇਲਜ਼ਾਮ ਲਾ ਰਹੇ ਨੇ ਅਧਿਆਪਕ ਕਿ ਕੈਬਨਿਟ ਮੀਟਿੰਗ ਕਿਸ ਮੂੰਹ ਨਾਲ ਕਰਨਾ ਤੇ ਸਿੱਧੂ ਖੇਮੇ ਜੀ ਨੇ ਤੇ ਕੈਪਟਨ ਖੇਮੇ ਜੀ, ਫਿਰ ਅਧਿਆਪਕਾਂ ਦਾ ਕੀ ਬਣੂਗਾ? ਤੁਹਾਡਾ ਕੀ ਪ੍ਰਤੀਕਰਮ ਹੈ ਇਸ ਤਾਜ਼ਾ ਹਾਲਾਤਾਂ ਤੇ ਹੋਰ ਵੀ ਮੁੱਦੇ ਪੰਜਾਬ ਦੇ? ਮਾਯੂਸੀ ਵਾਲੀ ਗੱਲ ਹੈ ਕਿ ਸਟੇਟ ਦੀ ਕੈਬਨਿਟ ਦੀ ਮੀਟਿੰਗ ਬਹੁਤ ਲੰਬੇ ਸਮੇਂ ਤੋਂ ਨਹੀਂ ਹੋ ਪਾਈ। ਮੇਰੇ ਖਿਆਲ ਨਾਲ 1.5 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੁਣ ਜਦੋਂ ਕੈਬਨਿਟ ਦੀ ਮੀਟਿੰਗ ਨਹੀਂ ਹੋਈ। ਕਾਰਨ ਇਹ ਹੈ ਕਿ ਕੈਬਨਿਟ ਦੇ ਮੰਤਰੀਆਂ ਦੇ ਉੱਤੇ ਮੁੱਖ ਮੰਤਰੀ ਨੂੰ ਭਰੋਸਾ ਨਹੀਂ ਹੈ ਕਿ ਉਹਨਾਂ ਦੇ ਨਾਲ ਮੀਟਿੰਗ 'ਚ ਖੜਨਗੇ ਕਿ ਆਉਣਗੇ ਵੀ ਕਿ ਨਹੀਂ ਆਉਣਗੇ, ਕਿਉਂਕਿ ਧੜੇਬੰਦੀ ਹੋ ਗਈ। ਇਸ ਵੇਲੇ ਬਹੁਤੇ ਬੰਦੇ ਜਾ ਕੇ ਦੂਜੇ ਖੇਮੇ 'ਚ ਖੜ੍ਹੇ ਹੋ ਗਏ ਔਰ ਮੁੱਖ ਮੰਤਰੀ ਨਾਮ ਦੇ ਮੁੱਖ ਮੰਤਰੀ ਰਹਿ ਗਏ। ਇਸ ਕਰਕੇ ਬੜੀ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਖੜੀ ਹੋਈ ਹੈ ਸੂਬੇ ਦੇ ਵਿੱਚ ਕਿ ਲੋਕਾਂ ਦੇ ਕੰਮ ਖੜੇ ਆ, ਜਨਤਾ ਕੁਰਲਾ ਰਹੀ ਹੈ ਪਰ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋ ਪਾ ਰਹੀ ਕਿਉਂਕਿ ਉਹਨਾਂ ਨੂੰ ਭਰੋਸਾ ਨਹੀਂ ਕਿ ਮੰਤਰੀ ਜਿਹੜੇ ਆ ਉਹ ਆ ਕੇ ਮੁੱਖ ਮੰਤਰੀ ਦੇ ਨਾਲ ਉੱਚ ਭਰੋਸਾ ਪ੍ਰਗਟ ਕਰਨਗੇ ਕਿ ਨਹੀਂ ਕਰਨਗੇ। ਨਾਮ ਦੀ ਜਿਹੜੀ ਤਾਕਤਾਂ ਜਿਹੜੀਆਂ ਲੱਗੀਆਂ ਹੋਈਆਂ ਨੇ, ਇਸ ਤਰ੍ਹਾਂ ਦੀਆਂ ਵੀ ਖਬਰਾਂ ਨੇ। ਨਹੀਂ, ਜਥੇਦਾਰ ਜੀ ਦੇ ਬਿਆਨ ਦੇ ਨਾਲ ਮੈਂ 100% ਸਹਿਮਤ ਹਾਂ। ਬੜਾ ਦੂਰ ਅੰਦੇਸ਼ੀ ਉਹਨਾਂ ਦੀ ਗੱਲ ਹੈ ਕਿ ਕੁਛ ਤਾਕਤਾਂ ਲਗਾਤਾਰ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਨੂੰ ਡੈਮੇਜ ਕਰਨ ਦੇ ਉੱਤੇ ਲੱਗੀਆਂ, ਬਦਨਾਮ ਕਰਨ ਦੇ ਉੱਤੇ ਲੱਗੀਆਂ। ਨਿੱਕੀ ਨਿੱਕੀ ਗੱਲ ਦੇ ਉੱਤੇ ਬਖੇੜੇ ਖੜੇ ਕੀਤੇ ਜਾਂਦੇ ਆ। ਸਿਸਟਮੈਟਿਕ ਕੰਪੇਨ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾ ਦੇ ਖਿਲਾਫ ਚਲਾਏ ਜਾਂਦੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਦੀ ਕੋਸ਼ਿਸ਼ ਤਾਂ ਹਰਿਆਣਾ ਗੌਰਮੈਂਟ ਨੇ ਸ਼ਰੇਆਮ ਕੀਤੀ, ਕਾਂਗਰਸ ਸਰਕਾਰ ਨੇ ਕੀਤੀ। ਐਕਟ ਬਣਾਇਆ ਬਕਾਇਦਾ ਤੌਰ 'ਤੇ ਜਿਹੜਾ ਹਾਲੇ ਤੱਕ ਅਸੀਂ ਕੇਸ ਜਿਹੜਾ ਉਹ ਲੜ ਰਹੇ ਹਾਂ ਸੁਪਰੀਮ ਕੋਰਟ ਦੇ ਵਿੱਚ। ਇਸ ਕਰਕੇ ਉਹਨਾਂ ਦੀ ਜਿਹੜੀ ਇਹ ਭਾਵਨਾ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਇਹਦੇ ਤੋਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਸੰਸਥਾ ਨੂੰ ਸੱਟ ਮਾਰੇ। ਇਹ ਬਹੁਤ ਵੱਡੀ ਗੱਲ ਹੈ। ਸ਼੍ਰੋਮਣੀ ਅੱਜ ਅਕਾਲੀ ਦਲ ਨਿੱਕੀ ਨਿੱਕੀ ਗੱਲ ਦੇ ਉੱਤੇ ਅਸੀਂ ਜਿਸ ਤਰੀਕੇ ਕ੍ਰਿਟਿਸਾਈਜ਼ ਕਰਨ ਲੱਗ ਜਾਂਦੇ ਹਾਂ, ਉਹਦੇ ਨਾਲ ਸੰਸਥਾ ਨੂੰ ਨੁਕਸਾਨ ਹੋ ਰਿਹਾ। ਕੋਈ ਸੁਝਾਅ ਹੋਵੇ ਚੰਗਾ ਕਿਸੇ ਨੂੰ ਦੇਣਾ ਚਾਹੀਦਾ, ਕੋਈ ਤਰੁੱਟੀ ਹੋਵੇ ਪੁਆਇੰਟ ਆਊਟ ਕਰਨੀ ਚਾਹੀਦੀ ਹੈ, ਲੇਕਿਨ ਉਹਦਾ ਇੱਕ ਤਰੀਕਾ ਹੁੰਦਾ। ਅਸੀਂ ਜਿਹੜੇ ਹੈਗੇ ਆ ਇੰਨਾ ਨੁਕਸਾਨ ਸੰਸਥਾਵਾਂ ਦਾ ਕਰ ਰਹੇ ਹਾਂ ਜਿਹਦੇ 'ਤੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ, ਜਿਹੜੀ ਮੈਂ 100% ਸਹਿਮਤ ਹਾਂ। ਨੌਕਰੀਆਂ ਮਿਲੀਆਂ, ਨਾ ਮੋਬਾਈਲ ਮਿਲੇ, ਨਾ ਹੋਰ ਸੁਵਿਧਾਵਾਂ ਮਿਲੀਆਂ। ਆਖਿਰਕਾਰ ਫਿਰ ਲੋਕ ਯਕੀਨ ਕਿੱਦਾਂ ਕਰਨੇ ਇਹਨਾਂ ਚੀਜ਼ਾਂ ਦਾ ਔਰ ਇਸ ਪੂਰੇ ਕਿਸੇ ਉੱਤੇ ਕੀ ਪ੍ਰਤੀਕਰਮ ਲੈਣਾ? ਦੇਖੋ, ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਪਾਰਟੀ ਨੇ ਪਿਛਲੀ ਵਾਰੀ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਸੀ। ਇਸ ਕਰਕੇ ਉਹਨਾਂ ਨੂੰ ਤੇ ਜਨਤਾ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਦੋਨਾਂ ਪਾਰਟੀਆਂ ਨੇ ਕਰਜ਼ੇ ਮਾਫੀ ਦੇ ਵੱਡੇ ਵਾਅਦੇ ਕੀਤੇ ਸੀ, ਦੋਨਾਂ ਨੇ ਨੌਕਰੀਆਂ ਦੇ ਬੜੇ ਵੱਡੇ ਵਾਅਦੇ ਕੀਤੇ ਸੀ, ਨਸ਼ਿਆਂ ਦਾ ਦੋਨਾਂ ਨੇ ਬੜਾ ਵੱਡਾ ਪ੍ਰਚਾਰ ਕੀਤਾ ਸੀ। ਜਿਹੜਾ ਕੇਜਰੀਵਾਲ ਤਾਂ ਬਾਅਦ 'ਚ ਅਦਾਲਤ ਦੇ ਵਿੱਚ ਮਾਫੀ ਮੰਗ ਗਿਆ ਆਪਣੀ ਕਿ ਮੈਂ ਦੋਸ਼ ਝੂਠੇ ਲਾਏ ਸੀ, ਉੱਦਾਂ ਹੀ ਝੂਠਾ ਸਾਬਤ ਹੋ ਗਿਆ। ਤੇ ਮੁੱਖ ਮੰਤਰੀ ਸਾਹਿਬ ਨੂੰ ਹੁਣ ਜਵਾਬ ਨਹੀਂ ਆਉਂਦਾ ਕਿ ਜੋ ਪੰਜਾਬ ਦੀ ਹਾਲਤ ਹੋ ਗਈ ਹੈ ਇਸ ਵੇਲੇ ਉਹਦੀ ਕੋਈ ਉਹਨਾਂ ਕੋਲ ਐਕਸਪਲੇਨੇਸ਼ਨ ਨਹੀਂ ਹੈ। 4 ਹਫ਼ਤੇ 'ਚ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਸੀ। ਇਸ ਕਰਕੇ ਇਹਨਾਂ ਦੋਵਾਂ ਪਾਰਟੀਆਂ ਨੂੰ ਤੇ ਜਨਤਾ ਨੂੰ ਤਗੜੇ ਹੋ ਕੇ ਸਜ਼ਾ ਦੇਣੀ ਚਾਹੀਦੀ। ਸਾਡਾ ਜੋ ਪੁਰਾਣਾ ਟਰੈਕ ਰਿਕਾਰਡ ਹੈ, ਅਸੀਂ ਜੋ ਕਿਹਾ ਸੀ ਉਹ ਪੂਰਾ ਕੀਤਾ। ਜਨਤਾ ਇਸ ਗੱਲ ਨੂੰ ਮੰਨਦੀ ਹੈ ਔਰ ਅੱਗੋਂ ਵੀ ਜੋ ਕਹਿ ਰਹੇ ਹਾਂ ਉਹਦੇ 'ਤੇ ਅਸੀਂ ਜਿਹੜੀ ਹੈਗੀ ਆ ਪੂਰਾ ਖੜਾਂਗੇ। ਇਸ ਕਰਕੇ ਜਨਤਾ ਨੂੰ ਜਿਹੜੇ ਕਰਦੇ ਆ ਉਹਨਾਂ ਨਾਲ ਖੜਨਾ ਚਾਹੀਦਾ, ਦੂਜਿਆਂ ਨੂੰ ਸਜ਼ਾ ਦੇਣੀ ਚਾਹੀਦੀ। ਅੱਗੇ ਤੋਂ ਰੁਝਾਨ ਨੂੰ ਤਾਂ ਹੀ ਠੱਲ ਪਏਗਾ। ਜੋ ਉਮੀਦਵਾਰਾਂ ਦੀ ਸੂਚੀ ਕਦੋਂ ਤੱਕ ਵਿਚਾਰ ਕਰ ਰਹੀ ਹੈ ਪਾਰਟੀ ਘੋਸ਼ਿਤ ਕਰਨ ਦੀ ਪੰਜਾਬ ਤੇ ਲਗਾਤਾਰ ਚੱਲਦਾ ਜਿਹੜੀ ਹੈ ਪਾਰਟੀ ਸਾਰਾ ਸਿਸਟਮ ਬਰੀਕੀ ਦੇ ਨਾਲ ਹੇਠੋਂ ਫੀਡਬੈਕ ਲੈ ਕੇ ਡਿਸਕਸ਼ਨ ਦੇ ਨਾਲ ਜਿਹੜੀ ਹੈ ਸਾਰਾ ਕੁਝ ਫਾਈਨਲ ਕਰੇਗੀ। ਛੇਤੀ ਹੋ ਜਾਏਗਾ ਕਿਉਂਕਿ ਇਲੈਕਸ਼ਨ ਹੁਣ ਸਿਰ 'ਤੇ ਆ ਗਈ, ਲੇਕਿਨ ਕਾਫੀ ਕੰਮ ਪਾਰਟੀ ਨੇ ਆਪਣਾ ਕੀਤਾ ਹੋਇਆ। ਇਸ ਕਰਕੇ ਹੋਮਵਰਕ ਲਗਾਤਾਰ ਚੱਲਦਾ ਰਹਿੰਦਾ, ਨਾਲ ਨਾਲ ਅਨਾਉਂਸਮੈਂਟ ਵੀ ਕੁਝ ਹੁੰਦੀਆਂ ਰਹਿੰਦੀਆਂ, ਚੱਲਦਾ ਰਹੂਗਾ। ਬੜੀ ਛੇਤੀ ਕਰਨਾ। ਆਖਰੀ ਸਵਾਲ, ਜੇਕਰ ਸ਼੍ਰੋਮਣੀ ਅਕਾਲੀ ਦਲ ਸੱਤਾ ਪ੍ਰਾਪਤੀ ਕਰਦੀ ਹੈ ਤਾਂ ਕਿਸਾਨਾਂ ਦੇ ਭਲੇ ਲਈ ਇਹ ਬਿੱਲ ਨੂੰ ਕਿਸ ਤਰ੍ਹਾਂ ਨੇਸਤਾਨਾਬੂਦ ਕੀਤਾ ਵੀ ਜਾ ਸਕਦਾ ਪੰਜਾਬ ਵਿੱਚ ਜਾਂ ਫਿਰ ਕੋਈ ਹੋਰ ਚਾਰਾ? ਅਸੀਂ ਤਾਂ ਸਪਸ਼ਟ ਕੀਤਾ ਕਿ ਪੰਜਾਬ 'ਚ ਲਾਗੂ ਨਹੀਂ ਹੋਊਗਾ। ਤਿੰਨੇ ਕਾਨੂੰਨ ਰੱਦ ਕਰਾਂਗੇ ਕਿਉਂਕਿ ਅੱਗੇ ਕਾਂਗਰਸ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਸੀ। ਇਹਨਾਂ ਨੇ ਨਿੱਕੇ ਨਿੱਕੇ ਅਮੈਂਡਮੈਂਟਾਂ ਕਰਕੇ ਤੇ ਸਗੋਂ ਉਹਨਾਂ ਨੂੰ ਉੱਤੇ ਮੋਹਰ ਲਾ ਦਿੱਤੀ। ਸਾਡਾ ਸਪਸ਼ਟ ਫੈਸਲਾ ਹੈ ਕਿ ਜਦੋਂ ਸਰਕਾਰ ਬਣਦੀ ਹੈ ਤਿੰਨੇ ਰੱਦ ਕਰਾਂਗੇ। ਜਿਵੇਂ ਅਸੀਂ ਐਸਵਾਈਐਲ ਦੇ ਮਾਮਲੇ 'ਚ ਤਗੜਾ ਸਟੈਂਡ ਲਿਆ ਸੀ ਵਿਧਾਨ ਸਭਾ ਦੇ ਵਿੱਚ, ਉਹ ਵੀ ਇੱਥੇ ਲਵਾਂ। ਕੈਪਟਨ ਸਾਹਿਬ ਨੇ ਕਿਉਂ ਨਹੀਂ ਰੱਦ ਕੀਤੀ? ਡਾਕਟਰ ਸਾਹਿਬ ਕੀ ਸੱਤਾ ਖੁਸਣ ਦਾ ਡਰ ਸੀ ਜਾਂ ਵਾਕਈ ਕੋਈ ਰਾਸ਼ਟਰਪਤੀ ਸ਼ਾਸਨ ਲਾ ਸਕਦੇ ਆ? ਦੇਖੋ, ਕੈਪਟਨ ਸਾਹਿਬ ਦੀਆਂ ਬਹੁਤ ਕਮਜ਼ੋਰੀਆਂ ਸੀ। ਉਹ ਤਾਂ ਆਪ ਹਾਈ ਲੈਵਲ ਕਮੇਟੀ ਦੇ ਡਰਾਫਟਿੰਗ ਕਮੇਟੀ ਦੇ ਮੈਂਬਰ ਸੀ। ਉਹਨਾਂ ਨੇ 2017 ਦੇ ਵਿੱਚ ਆਪ ਚਾਰੇ ਚੀਜ਼ਾਂ ਅਡਾਪਟ ਕੀਤੀਆਂ ਹੋਈਆਂ। ਪਹਿਲਾਂ ਉਹਨਾਂ ਦੀ ਪਾਰਟੀ ਦਾ ਜਿਹੜਾ ਪਾਰਲੀਮੈਂਟ ਦਾ ਮੈਨੀਫੈਸਟੋ ਹੈ ਉਹਦੇ ਵਿੱਚ APMC ਐਕਟ ਖਤਮ ਕਰਨ ਦਾ ਐਲਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਨੇ ਕੀਤਾ ਹੋਇਆ। ਇਸ ਕਰਕੇ ਉਹਨਾਂ ਤੋਂ ਬਾਹਰ ਜਾ ਕੇ ਕਿਵੇਂ ਕਰ ਸਕਦੇ ਸੀ? ਇਹ ਤਾਂ ਇੱਥੇ ਅੱਖਾਂ ਪੁੰਝਣ ਵਾਲੀ ਗੱਲ ਸੀਗੀ। ਜਦੋਂ ਉਹਨਾਂ ਦੀ ਆਪਣੀ ਜਿਹੜੀ ਹੈ ਪਾਰਲੀਮੈਂਟ ਦਾ ਮੈਨੀਫੈਸਟੋ ਕਹਿੰਦਾ ਸੀ ਕਿ APMC ਐਕਟ ਖਤਮ ਕਰਨਾ, ਤੇ ਫਿਰ ਇਹ ਕਿਵੇਂ ਇੱਥੇ ਕਰ ਸਕਦੇ ਸੀ? J9 ਨਿਊਜ਼ ਲਈ ਨੂਰਪੁਰ ਬੇਦੀ ਤੋਂ ਸੰਦੀਪ ਸ਼ਰਮਾ ਦੀ ਰਿਪੋਰਟ।